ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਬਲਬੀਰ ਜੰਡੂ। ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਤੇ ਸਵਾਗਤ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਦੇ ਲਈ ਹਰਿਆਣੇ ਦੇ ਸਿੱਖਾਂ ਨੇ ਬੜਾ ਲੰਬਾ ਸੰਘਰਸ਼ ਕੀਤਾ ਔਰ ਉਸ ਸੰਘਰਸ਼ ਤੋਂ ਬਾਅਦ ਜਿਸ ਤਰ੍ਹਾਂ ਉਸ ਕਮੇਟੀ ਦੇ ਲਈ ਸੰਵਿਧਾਨਕ ਮਾਨਤਾ ਮਿਲ ਗਈ, ਕਾਨੂੰਨੀ ਮਾਨਤਾ ਮਿਲ ਗਈ, ਸੁਪਰੀਮ ਕੋਰਟ ਨੇ ਉਸ ਕਮੇਟੀ ਨੂੰ ਕਾਨੂੰਨੀ ਕਰਾਰ ਦੇ ਦਿੱਤਾ। ਉਸ ਤੋਂ ਬਾਅਦ ਜਿਸ ਢੰਗ ਨਾਲ ਉੱਥੇ ਚੋਣ ਹੋਈ ਹੈ, ਉਸ ਨੂੰ ਲੈ ਕੇ ਹਰਿਆਣਾ ਦੇ ਸਿੱਖਾਂ ਵਿੱਚ ਵੱਖ-ਵੱਖ ਜਿਹੜੇ ਵਿਚਾਰ ਹੈ ਤੇ ਵੱਖ-ਵੱਖ ਧੜੇ ਜਿਹੜੇ ਹੈ ਉਹ ਖੜੇ ਹੋ ਗਏ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਹੜੀ ਸਰਕਾਰ ਨੇ ਕਰਵਾਈ, ਡੀਸੀ ਦੇ ਸੁਪਰਵਿਜ਼ਨ 'ਚ ਹੋਈ। ਉਸ ਚੋਣ ਦੇ ਵਿੱਚ ਜਿਹੜੇ ਯਮੁਨਾ ਨਗਰ ਦਾ ਗੁਰਦੁਆਰਾ ਡੇਰਾ ਅੱਡਣ ਸ਼ਾਹੀ ਸੰਤਪੁਰਾ ਦੇ ਜਿਹੜੇ ਮੁਖੀ ਸੀ ਮਹੰਤ ਕਰਮਜੀਤ ਸਿੰਘ, ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਤੇ ਬਾਕੀ ਜਿਹੜੇ ਪੁਰਾਣੇ ਜਿਨ੍ਹਾਂ ਨੇ ਇਸ ਕਮੇਟੀ ਦੇ ਲਈ ਅੰਦੋਲਨ ਕੀਤਾ ਸੀ, ਸੰਘਰਸ਼ ਲੜਿਆ ਸੀ, ਉਹ ਸਾਰੇ ਲੋਕ ਇਸ ਕਮੇਟੀ ਦੇ ਬੰਦ ਦੇ ਉੱਤੇ ਨਾਰਾਜ਼ ਹੋ ਕੇ ਵੱਖ ਹੋ ਗਏ। ਉਹਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਇੱਕ ਪਾਸੇ, ਦੀਦਾਰ ਸਿੰਘ ਨਲਵੀ ਤੇ ਜਗਦੀਸ਼ ਸਿੰਘ ਝੀਂਡਾ। ਜਗਦੀਸ਼ ਸਿੰਘ ਝੀਂਡਾ ਹੋਣਾ ਨੇ ਤਾਂ ਉਸ ਕਮੇਟੀ ਦਾ ਵਿਰੋਧ ਕਰਦਿਆਂ ਸਮਾਨ ਅੰਤਰ ਕਮੇਟੀ ਜਿਹੜੀ ਹੈ, ਉਹਨਾਂ ਦਾ ਦਾਅਵਾ ਹੈ ਕਿ ਉਹਨਾਂ ਨੇ ਹਰਿਆਣੇ ਦੀ ਸਾਰੀ ਸੰਗਤ ਨਾਲ 10 ਦਿਨ ਜਿਹੜਾ ਦੌਰਾ ਕਰਕੇ ਸੂਬੇ ਦਾ ਤੇ ਸੰਗਤ ਦੀ ਰਾਏ ਲੈ ਕੇ ਇਹ 41 ਮੈਂਬਰੀ ਕਮੇਟੀ ਬਣਾਈ ਹੈ। ਜਿਹੜੀ ਸਰਕਾਰੀ ਕਮੇਟੀ ਬਣੀ ਹੈ ਉਹ ਪ੍ਰਧਾਨ ਸਮੇਤ 38 ਮੈਂਬਰ ਹੈ, ਉਹਦੇ 37 ਮੈਂਬਰ ਤੇ ਬਾਕੀ ਅਹੁਦੇਦਾਰ ਨੇ। ਸੋ ਇਹ ਜਿਹੜੀ ਕਮੇਟੀ ਝੀਂਡਾ ਹੋਣਾ ਨੇ ਬਣਾਈ ਆ, ਹੁਣ ਸੰਗਤ ਦੀ ਰਾਏ ਨਾਲ ਜਿਹੜੀ ਉਹ ਕਹਿ ਰਿਹਾ, ਉਸ ਨੂੰ ਉਹਨਾਂ ਨੇ ਸੂਚੀ ਜਿਹੜੀ ਸਾਰੀ ਹੈ ਕਮੇਟੀ ਦੀ, ਉਹ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਸੌਂਪ ਦਿੱਤੀ ਹੈ ਕਿ ਤੁਸੀਂ ਇਸ ਨੂੰ ਵਿਚਾਰੋ ਤੇ ਇਸ ਮਾਮਲੇ 'ਚ ਦਖਲ ਦਿਓ ਤੇ ਇਸ ਨੂੰ ਪ੍ਰਵਾਨ ਕਰੋ। ਸੋ ਉਹ ਹੁਣ ਸਾਰੀ ਸਥਿਤੀ ਜਿਹੜੀ ਹੈ, ਇੱਕ ਪਾਸੇ ਸਰਕਾਰ ਦੀ ਕਮੇਟੀ, ਇੱਕ ਪਾਸੇ ਜਿਹੜੀ ਜਗਦੀਸ਼ ਸਿੰਘ ਝੀਂਡਾ ਦੀ ਕਮੇਟੀ, ਇਹ ਸਮਾਨ ਅੰਤਰ ਦੋਨੋਂ ਕਮੇਟੀਆਂ। ਔਰ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਸੰਘਰਸ਼ ਕੀਤਾ ਕਮੇਟੀ ਲਈ, ਉਹਨਾਂ ਨੂੰ ਫਿਰ ਸਮਾਨ ਅੰਤਰ ਕਮੇਟੀ ਜਿਹੜੀ ਹੈ ਉਹ ਬਣਾਉਣੀ ਪੈ ਗਈ। ਇਹ ਸਾਰੀ ਜਿਹੜੀ ਸਥਿਤੀ ਇਸ ਵੇਲੇ ਹਰਿਆਣੇ ਦੇ ਵਿੱਚ ਬਣੀ ਹੋਈ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ, ਕਿਉਂਕਿ ਇਸ ਦੇ ਲਈ ਸ਼੍ਰੋਮਣੀ ਕਮੇਟੀ ਨੇ ਵੀ ਜਿਹੜੀ ਉਹ ਸਰਕਾਰ ਨੇ ਕਮੇਟੀ ਚੁਣੀ ਆ ਉਸ ਨੂੰ ਰੱਦ ਕਰ ਦਿੱਤਾ ਤੇ ਦੂਸਰੀ ਕਮੇਟੀ ਦੀ ਜਿਹੜੀ ਬੇਨਤੀ ਹੈ ਉਹ ਅਕਾਲ ਤਖਤ ਦੇ ਜਥੇਦਾਰ ਕੋਲ ਹੈ। ਇਹ ਜਿਹੜੀ ਸਾਰੀ ਸਥਿਤੀ ਨਵੀਂ ਪੈਦਾ ਹੋਈ ਹੈ, ਇਸ ਤੇ ਅਸੀਂ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ, ਜਿਹੜੇ ਕਿ ਉੱਘੇ ਰਾਜਸੀ ਚਿੰਤਕ, ਉੱਘੇ ਰਾਜਸੀ ਵਿਸ਼ਲੇਸ਼ਕ ਔਰ ਖਾਸ ਕਰਕੇ ਜਿਹੜੀ ਸਿੱਖ ਰਾਜਨੀਤੀ ਹੈ ਤੇ ਸਿੱਖ ਭਾਈਚਾਰੇ ਦੇ ਵਿੱਚ ਸਿੱਖ ਸੰਸਥਾਵਾਂ ਹੈ, ਉਹਨਾਂ ਦੇ ਬਾਰੇ ਉਹਨਾਂ ਦਾ ਇੱਕ ਆਪਣਾ ਨਜ਼ਰੀਆ, ਉਹਨਾਂ ਨੇ ਉਸ ਤੇ ਆਪਣਾ ਇੱਕ ਅਧਿਐਨ ਕੀਤਾ ਹੋਇਆ ਤੇ ਉਸ ਤੋਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਉਹ ਇਹ ਸਾਰੀ ਸਥਿਤੀ ਨੂੰ ਜਿਹੜੀ ਨਵੀਂ ਬਣੀ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਆ। ਸਿੱਧੂ ਸਾਹਿਬ, ਤੁਹਾਡਾ ਪ੍ਰੋਗਰਾਮ ਸਵਾਗਤ ਹੈ। ਧੰਨਵਾਦ ਜੀ, ਸ਼ੁਕਰੀਆ। ਸਿੱਧੂ ਸਾਹਿਬ, ਜਿਹੜੀ ਨਵੀਂ ਸਥਿਤੀ ਉੱਥੇ ਬਣ ਗਈ, ਇੱਕ ਤਾਂ ਹਰਿਆਣਾ ਸਰਕਾਰ ਨੇ ਜਿਹੜਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਹੈ ਉਹਦੇ ਮੁਤਾਬਕ ਕਮੇਟੀ ਦਾ ਗਠਨ ਕਰਤਾ। ਦੂਸਰੇ ਪਾਸੇ ਜਿਹੜੇ ਉਹ ਕਮੇਟੀ ਸਰਕਾਰ ਨੇ ਨਾਮਜ਼ਦ ਕੀਤੀ ਹੈ, ਬਣਾਈ ਹੈ, ਹਰਿਆਣਾ ਸਿੱਖ ਗੁਰਦੁਆਰਾ ਅਡਹਾਕ ਕਮੇਟੀ ਜਿਹਨੂੰ ਨਾਂ ਦਿੱਤਾ ਉਹਨਾਂ ਨੇ, ਤਾਂ ਉਸ ਤੋਂ ਜਿਹੜੇ ਹਰਿਆਣੇ ਦੀ ਸਿੱਖ ਸੰਗਤ ਖੁਸ਼ ਨਹੀਂ ਹੈ ਤੇ ਜਿਹੜੀ ਸਿੱਖ ਸੰਗਤ ਨੇ ਇਸ ਲਈ ਲੜਾਈ ਲੜੀ ਸੀ, ਉਹਨਾਂ ਨੇ ਹੁਣ ਝੀਂਡਾ ਦੀ ਅਗਵਾਈ ਵਿੱਚ ਆਪਣੀ ਇੱਕ ਵੱਖਰੀ ਸਮਾਨਾਂਤਰ ਕਮੇਟੀ ਬਣਾ ਲਈ ਹੈ। ਤੇ ਤੁਸੀਂ ਇਹ ਸਾਰੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਇਸ ਦੇ ਕੀ ਅਰਥ ਲੈਂਦੇ ਹੋ ਤੇ ਕਿਸ ਤਰ੍ਹਾਂ ਦਾ ਉੱਥੇ ਟਕਰਾਅ ਵੱਧਦਾ ਦੇਖਦੇ ਹੋ? ਦੇਖੋ, ਟਕਰਾਅ ਤਾਂ ਕਿੰਨਾ ਕੁ ਵਧੇਗਾ, ਇਸ ਤੋਂ ਜ਼ਿਆਦਾ ਨਹੀਂ ਵੱਧ ਸਕਦਾ ਜਿੰਨਾ ਵੱਧ ਗਿਆ। ਵੈਸੇ ਹਾਸੋਹੀਣੀ ਹਾਲਤ ਹੋਈ ਹੈ, ਸਥਿਤੀ ਬੜੀ ਹਾਸੋਹੀਣੀ ਹੈ ਸਿੱਖਾਂ ਦੇ ਪੁਆਇੰਟ ਆਫ ਵਿਊ ਤੋਂ ਤੇ ਸਿੱਖ ਧਾਰਮਿਕ ਅਦਾਰਿਆਂ ਦੇ ਪੁਆਇੰਟ ਆਫ ਵਿਊ ਤੋਂ। ਇਹ ਉਸ ਨਜ਼ਰੀਏ ਤੋਂ ਬੜੀ ਜ਼ਿਆਦਾ ਤਰਸਯੋਗ ਹਾਲਤ ਹੈ ਤੇ ਉਸ ਤਰੀਕੇ ਨਾਲ ਇਹ ਸਰਕਾਰ ਦਾ ਰੋਲ ਬੜਾ ਉਸੇ ਕਿਸਮ ਦਾ ਰੋਲ ਹੈ, ਬਾਂਦਰਾਂ ਦਾ ਰੋਲ ਹੈ, ਬਿੱਲੀਆਂ ਇੱਧਰ ਉੱਧਰ ਆਪਸ ਵਿੱਚ ਦੀ ਲੜੀ ਮਰੀ ਜਾਂਦੀਆਂ। ਤੇ ਇਸ ਕਰਕੇ ਜਿਹੜੀਆਂ ਸਥਿਤੀਆਂ ਵੀ ਇੱਕ ਪੈਰਲਲ ਬਣਾ ਕੇ ਅਕਾਲ ਤਖਤ ਨੂੰ ਦੇਤੀ ਕਮੇਟੀ, ਜਗਦੀਸ਼ ਸਿੰਘ ਝੀਂਡਾ ਵਰਗਿਆਂ ਨੇ,
ਤੇ ਪਹਿਲੀ ਕਮੇਟੀ ਦਾਦੂਵਾਲ ਜਿਹੜਾ ਪਹਿਲਾਂ ਮੁੱਢ ਤੋਂ ਸਰਕਾਰ ਨਾਲ ਤੁਰਿਆ ਫਿਰਦਾ ਸੀ, ਚੀਫ ਮਿਨਿਸਟਰ ਖੱਟਰ ਨਾਲ, ਉਹਦੀ ਵੀ ਕੋਈ ਪੁੱਛਗਿੱਛ ਨਹੀਂ ਹੋਈ। ਦਿਦਾਰ ਸਿੰਘ ਨਲਵੀ ਦੀ ਕੋਈ ਪੁੱਛਗਿੱਛ ਨਹੀਂ ਹੋਈ। ਉਸ ਕਿਸਮ ਦੀ ਗਰੁੱਪ ਸਾਰੇ ਟੁੱਟੇ ਫਿਰਦੇ ਆ। ਸਵਾਲ ਹੁਣ ਇਹ ਹੈ ਵੀ ਅਕਾਲ ਤਖਤ ਦਾ ਜਥੇਦਾਰ ਵੀ ਕੀ ਕਰੇਗਾ। ਇਹ ਠੀਕ ਹੈ ਵੀ ਉਹੀ ਅਕਾਲੀ ਦਲ ਹੈ। 2012 ਤੋਂ ਇਹ ਜਿਹੜੀ ਪਹਿਲਾਂ ਕਮੇਟੀ ਬਣੀ ਸੀ, ਉਸ ਨੂੰ ਕਮੇਟੀ ਨੂੰ ਕੰਮ ਨਹੀਂ ਕਰਨ ਦਿੱਤਾ। ਉਹ ਜਿਹੜੇ ਬਣਾਉਂਦੇ ਸੀਗੇ ਜਗਦੀਸ਼ ਸਿੰਘ ਝੀਂਡਾ ਵਰਗੇ ਕਦੋਂ ਦੇ ਬਾਦਲ ਦੇ ਵਿਰੁੱਧ ਸਟਰਗਲ ਕਰ ਰਹੇ ਸੀ। ਸਿਰਫ ਆਪਣੀ ਸਪੇਸ ਤੇ ਜਿਹੜੀ ਉਹਨਾਂ ਦਾ ਜਿਹੜਾ ਹਿੱਸਾ ਸੀ, ਉਹ ਆਪਣੀ ਜਿਹੜੀ ਉਹਨਾਂ ਦੀ ਬਣਦੀ ਸਪੇਸ ਸੀ ਉਸ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ 'ਚ ਉਹੀ ਲੈਣਾ ਚਾਹੁੰਦੇ ਸੀ, ਉਹ ਵੀ ਉਹਨੇ ਦਿੱਤੀ ਨਹੀਂ। ਉਹੀ ਹੁਣ ਅਕਾਲੀ ਦਲ ਹੈ ਜਿਹੜਾ ਅਕਾਲ ਤਖਤ ਦੇ ਰਾਹੀਂ, ਅਕਾਲ ਤਖਤ ਦੇ ਜਥੇਦਾਰ ਰਾਹੀਂ ਫੇਰ ਉਹ ਆਪਣੀ ਸਿਆਸਤ ਉਹ ਝੀਂਡਾ ਨਾਲ ਖੇਡ ਰਿਹਾ। ਜਗਦੀਸ਼ ਸਿੰਘ ਜਿਹੜਾ ਝੀਂਡਾ। ਤੇ ਇਸ ਕਰਕੇ ਸਵਾਲ ਇਹੀ ਹੈ ਵੀ ਪੋਲਿਟਿਕਸ ਕੌਣ ਪਲੇ ਕਰ ਰਿਹਾ। ਉਹੀ ਅਕਾਲੀ ਦਲ ਬਾਦਲ ਪਲੇ ਕਰ ਰਿਹਾ। ਪਹਿਲਾਂ ਪਲੇ ਕਰ ਰਿਹਾ ਸੀ ਉਹਨਾਂ ਨੂੰ ਆਪਣੇ ਜ਼ੋਰ ਨਾਲ, ਸਿਆਸੀ ਜ਼ੋਰ ਨਾਲ ਉਹਨਾਂ ਦਾ ਹਿੱਸਾ ਨਹੀਂ ਦਿੱਤਾ ਕਿੰਨੇ ਸਾਲ ਹੀ। ਫਿਰ ਉਹਨਾਂ ਨੂੰ ਸਟਰਗਲ ਕਰਕੇ ਵੱਖਰੀ ਚ ਕਰਾਉਣੀ ਪਈ ਸਾਰੀ। ਤੇ ਉਹਨਾਂ ਨੇ ਕਾਂਗਰਸ ਦੇ ਰਜੀਮ ਦੇ ਵਿੱਚ ਵੱਖਰਾ ਐਕਟ ਬਣਵਾਇਆ ਤੇ ਐਕਟ ਦੇ ਵਿਰੁੱਧ ਫਿਰ ਇਹ ਸਾਰਾ ਜਿਹੜਾ ਕੇਸ ਗਿਆ ਸੀ, ਜਿਹੜਾ ਹੁਣ ਫਿਰ ਸੁਪਰੀਮ ਕੋਰਟ ਨੇ ਐਕਟ ਦੇ ਹੱਕ ਚ ਕਰਤਾ, ਵੱਖਰੀ ਕਮੇਟੀ ਦੇ ਹੱਕ ਚ ਕਰਤਾ। ਇਹ ਸਾਰਾ ਕੁਝ ਜਿਹੜਾ ਹਾਸੋਹੀਣੀ ਗੱਲ ਇਹ ਹੈ ਵੀ ਕੋਈ ਵੀ ਧਾਰਮਿਕ ਅਦਾਰਾ ਹੋਵੇ, ਸਿੱਖਾਂ ਦਾ ਅਦਾਰਾ ਹੋਵੇ, ਉਹਦੀ ਇੰਡੀਪੈਂਡੈਂਟ ਹਸਤੀ ਹੋਵੇ, ਉਹਦੀ ਆਪਣੀ ਹਸਤੀ ਹੋਵੇ। ਉਂਝ ਤਾਂ ਕਹੀ ਜਾਂਦੇ ਜਿਹੜੇ ਸਿੱਖ ਕੌਮ ਆਪਣੇ ਆਪ ਚ ਵਿਲੱਖਣ ਹੈ, ਆਜ਼ਾਦ ਹਸਤੀ ਹੈ, ਪਰ ਇੱਥੇ ਸਿੱਧੇ ਦਾ ਸਿੱਧਾ ਇਹ ਦਿੱਲੀ ਸਰਕਾਰ ਦੀ ਗੁਲਾਮ ਹੈ। ਉਹ ਦਿੱਲੀ ਸਰਕਾਰ ਦੀ ਮਰਜ਼ੀ ਚੱਲਦੀ ਹੈ ਤੇ ਉਹਨਾਂ ਪੈਰਲਲ ਬਣਿਆ ਜਾਣ, ਸਾਰਾ ਕੁਝ ਮਰਜ਼ੀ ਚੱਲਦੀ ਹੈ। ਉਹੀ ਗੱਲ ਕੀਤੀ ਹੈ ਇੱਥੇ ਬਿਲਕੁਲ ਸਪਸ਼ਟ, ਜਿਵੇਂ 5 ਸਾਲ ਦਾ ਜਿਹੜਾ ਗੁਰਦੁਆਰਾ ਸੁਧਾਰ ਮੂਵਮੈਂਟ 1920 ਚ ਚੱਲੀ ਸੀਗੀ, ਗੁਰਦੁਆਰੇ ਯਾਦ ਕਰਾਏ ਔਰ ਗੁਰੂ ਕੇ ਬਾਗ ਦਾ ਮੋਰਚਾ ਜਿੱਤਿਆ, ਚਾਬੀਆਂ ਵਾਲਾ ਮੋਰਚਾ ਜਿੱਤਿਆ, ਜੈਤੋ ਦਾ ਮੋਰਚਾ ਲਾਇਆ। ਇਹ ਸਾਰੇ ਕਰਨ ਦੇ ਪਿੱਛੋਂ ਇਹਨਾਂ ਦੇ ਗਲ ਦੇ ਵਿੱਚ ਜਿਹੜਾ 1925 ਦਾ ਐਕਟ ਪਾਤਾ, ਗੁਰਦੁਆਰਾ ਐਕਟ, ਜਿਹਦੇ ਥੱਲੇ SGPC ਸਾਰੀ ਉਹਦੇ ਥੱਲੇ ਅਧੀਨ ਕਰਤੀ, ਚੋਣ ਉਹਦੇ ਰਾਹੀਂ ਹੋਏਗੀ। ਉਦੋਂ ਦਾ ਇਹਨਾਂ ਦੇ ਗਲ ਚ ਪਾਇਆ ਐਕਟ ਹੈ। ਉਹੀ ਐਕਟ ਦੇ ਵਿੱਚੋਂ ਸਾਰੀ ਜਿਹੜੀ ਹਵਾ ਸੀ 5 ਸਾਲ ਦੀ ਲੜਾਈ ਦੀ, ਜਿੱਤ ਦੀ, ਗੁਰਦੁਆਰਾ ਸੁਧਾਰ ਮੂਵਮੈਂਟ ਚ ਸਿੱਖਾਂ ਨੇ ਲੜੀ ਸੀ, ਸਾਰੀ ਸਿੱਖ ਬਰਾਦਰੀ ਦੀ, ਉਹ ਸਾਰੀ ਜ਼ੀਰੋ ਕਰਤੀ। ਉਸ ਵੇਲੇ ਤੋਂ ਬਾਅਦ 1925 ਤੋਂ ਲੈ ਕੇ ਹੁਣ ਤੱਕ ਤਕਰੀਬਨ 100 ਸਾਲ ਵਿੱਚ ਕੋਈ ਅਮੈਂਡਮੈਂਟ ਨਹੀਂ ਕਰਾ ਸਕੇ। ਉਸੇ ਐਕਟ ਨਾਲ ਫਸੇ ਹੋਏ ਆ। 20 ਸਾਲ ਪਿੱਛੋਂ ਚੋਣ ਹੋ ਜੇ, 15 ਸਾਲ ਪਿੱਛੋਂ ਹੋ ਜੇ, ਹੁਣ 12 ਸਾਲ 11-12 ਸਾਲ ਹੋ ਗਏ ਚੋਣ ਨਹੀਂ ਹੋਈ। ਇਹ ਹਮੇਸ਼ਾ ਚੱਲਦਾ ਰਹਿੰਦਾ ਤੇ ਸਾਰੀ ਆਪਣੀ ਜਿਹੜੀ ਚੋਣ ਕਰਨ ਦਾ ਕੰਟਰੋਲ ਹੈ ਸਾਰਾ, ਉਹ ਜਾ ਕੇ ਦਿੱਲੀ ਦੇ ਹੱਥ 'ਚ ਫੜਾਤਾ ਤੇ ਕੇਂਦਰ ਸਰਕਾਰ ਦੇ ਹੱਥ 'ਚ ਜਾਂ ਹੋਮ ਮਿਨਿਸਟਰੀ ਨੂੰ ਦੇਤਾ। ਇਹ ਜਿਹੜਾ ਸਾਰਾ ਕੁਝ ਹੁਣ ਇੱਥੇ ਵੀ ਇਹਨਾਂ ਨੇ ਖੜਾ ਕਰਕੇ, ਇੱਕ ਪਹਿਲਾਂ ਦਾਦੂਵਾਲ ਖੜਾ ਕੀਤਾ, ਉਹਨੂੰ ਵੀ ਜ਼ੀਰੋ ਕਰਤਾ, ਨਿਊਟਰਲਾਈਜ਼ ਕਰਤਾ। ਇਹਨਾਂ ਨੇ ਨਾਲੇ ਤਾਂ ਵੱਖਰੀ ਕਮੇਟੀ ਬਣਾਤੀ, ਨਾਲੇ ਜਿਹੜਾ ਧੜਾ ਆਪਣੇ ਆਪ ਨੂੰ ਫੰਨੇ ਘਾਉਂਦਾ ਸੀ ਉਹਨੂੰ ਨਿਊਟਰਲਾਈਜ਼ ਕਰਤਾ। ਇਹ ਜਿਹੜੀ ਪਾਲਿਸੀ ਹੈ ਇਹ ਉਦੋਂ ਵੀ ਹੋਈ ਸੀ ਜਦੋਂ ਐਕਟ ਬਣਿਆ। ਉਦੋਂ ਸਰ ਬਹਾਦਰ ਸੀ, ਜਿਹੜਾ ਸਰਦਾਰ ਬਹਾਦਰ, ਮਹਿਤਾਬ ਸਿੰਘ ਸਰ, ਉਸ ਨੂੰ ਮਹਿਤਾਬ ਸਿੰਘ ਨੂੰ ਅੱਗੇ ਲਾਇਆ ਤੇ ਉਹਦੇ ਨਾਲ ਕੁਝ ਪੜ੍ਹੇ ਲਿਖੇ ਜਿਹੜੇ ਹੋਰ ਸੀ ਸਾਰੇ, ਪ੍ਰੋਫੈਸਰ ਜੋਧ ਸਿੰਘ ਵਰਗੇ ਲਾਏ। ਉਹਨਾਂ ਨੇ ਫਿਰ ਐਕਟ ਮਨਜ਼ੂਰ ਕਰਵਾ ਲਿਆ। ਐਕਟ ਉਹਨਾਂ ਦੇ ਰਾਹੀਂ ਇੰਟਰੋਡਿਊਸ ਕੀਤਾ ਗਿਆ ਸਾਰਾ ਕੁਝ। ਅੱਛਾ, ਤੇ ਬਾਕੀ ਜਿਹੜੇ ਉਹ ਐਕਟ ਨੂੰ ਸਭ ਤੋਂ ਪਹਿਲਾਂ ਮੰਨ ਗਏ, ਗੁਰਦੁਆਰਾ ਐਕਟ ਨੂੰ। ਜਿਹੜੇ ਐਕਟ ਨਹੀਂ ਮੰਨੇ ਉਹਨਾਂ ਨੂੰ ਜੇਲ੍ਹ 'ਚ ਭੇਜਤਾ। ਫਿਰ ਜਦੋਂ ਆਪ ਹੀ ਜੇਲ੍ਹ 'ਚ ਬੈਠਿਆ ਵੇਲੇ ਜੇਲ੍ਹ 'ਚ ਹੀ ਸੀ ਮਾਸਟਰ ਤਾਰਾ ਸਿੰਘ ਤੇ ਅਕਾਲੀ ਦਲ ਦਾ ਜਿਹੜਾ ਗਰੁੱਪ ਸੀ ਸਾਰਾ ਅੰਦਰ ਬੈਠਾ, ਉਦੋਂ ਚੋਣ ਜੁਲਾਈ 26 ਦੇ ਵਿੱਚ ਚੋਣ ਖੜੀ ਕਰਤੀ। ਉਦੋਂ ਨਾਲੇ ਮਹਿਤਾਬ ਸਿੰਘ ਵਰਗਿਆਂ ਨੂੰ ਹਰਾਤਾ। ਜਿਹੜੇ ਸਰਦਾਰ ਬਹਾਦਰ ਮਹਿਤਾਬ ਸਿੰਘ ਦਾ ਗਰੁੱਪ ਸੀ, ਅੰਗਰੇਜ਼ਾਂ ਦਾ ਪਿੱਠੂ ਗਰੁੱਪ ਸੀ, ਉਹਨੂੰ ਹਰਾ ਵੀ ਦਿੱਤਾ। ਇਹੀ ਕੁਛ ਇੱਥੇ ਹੋਇਆ ਹਰਿਆਣੇ ਦੇ ਵਿੱਚ। ਹਰਿਆਣੇ ਦੇ ਵਿੱਚ ਉਹੀ ਹਰਾ ਦਿੱਤੇ ਗਏ ਆ ਸਾਰਾ ਕੁਛ। ਤੇ ਇੱਕ ਜਿਹੜਾ ਇੱਕ ਸੇਵਾ ਪੰਥੀ ਹੈਗਾ ਮਹੰਤ ਕਰਮਜੀਤ ਸਿੰਘ, ਉਹ ਉਸ ਨੂੰ ਪ੍ਰਧਾਨ ਬਣਾਤਾ। ਸੇਵਾ ਪੰਥੀ ਇਹ ਡੇਰਾ ਜਿਹੜਾ ਹੈਗਾ ਗੁਰਦੁਆਰਾ, ਜਿਹਨੂੰ ਡੇਰਾ ਅਡਨ ਸ਼ਾਹੀ ਕਹਿੰਦੇ ਆ ਸੰਤਪੁਰੇ ਦਾ, ਇਹਦੇ ਪਹਿਲਾਂ ਜਿਹੜੇ ਸੀਗੇ ਪੰਡਤ ਸੰਤ ਨਿਸ਼ਚੈ ਸਿੰਘ, ਉਹਨਾਂ ਵੱਲੋਂ ਸਥਾਪਿਤ ਕੀਤਾ ਗਿਆ ਸੀ। ਤੇ ਦੂਸਰੇ ਜਿਹੜੇ ਇਹਦੇ ਸੀਗੇ ਸੰਤ ਤਰਲੋਚਨ ਸਿੰਘ, ਜਿਨ੍ਹਾਂ ਨੂੰ ਅੱਤਵਾਦੀਆਂ ਨੇ ਕਤਲ ਕਰ ਦਿੱਤਾ ਸੀਗਾ। ਤੇ ਹੁਣ ਤੀਸਰੇ ਨੇ ਇਹ ਜਿਹੜੇ ਉੱਥੇ ਡੇਰੇ ਦੇ ਨੇ, ਜਿਨ੍ਹਾਂ ਨੂੰ ਬਕਾਇਦਾ ਉਹਨਾਂ ਨੇ ਹੁਣ ਪ੍ਰਧਾਨ ਬਣਾਇਆ। ਤੇ ਅਸੀਂ ਦੇਖਦੇ ਹਾਂ ਕਿ ਇਹ ਜਿਹੜੀ ਕਮੇਟੀ ਸਰਕਾਰ ਨੇ ਬਣਾਈ ਹੈ,
ਉਸ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਹਮਾਇਤ ਵੀ ਦੇ ਦਿੱਤੀ ਹੈ। ਹਾਂ, ਠੀਕ ਹੈ, ਠੀਕ ਹੈ। ਵੇਖੋ ਜੀ, ਇਹ ਜਿਹੜਾ ਸੇਵਾ ਪੰਥੀ ਲੋਕ ਜਿਹੜਾ ਸੈਕਟ ਹੈ, ਇਹ ਬਹੁਤ ਹਾਂਜੀ ਛੋਟਾ ਜਿਹਾ ਸੈਕਟ ਹੈ, ਬਹੁਤ ਛੋਟਾ ਜਿਹਾ ਸੈਕਟ ਹੈ। ਇਹ ਉਧਰੋਂ ਪਾਕਿਸਤਾਨ ਸਾਈਡ ਤੋਂ ਮਾਈਗ੍ਰੇਟ ਹੋ ਕੇ ਆਇਆ। ਇਹ ਮੇਨ ਸਟ੍ਰੀਮ ਜਿਹੜਾ ਸਿੱਖ ਹੈਗੇ, ਮੇਨ ਸਟ੍ਰੀਮ ਸਿੱਖ ਭਾਈਚਾਰਾ ਉਹਦਾ ਹਿੱਸਾ ਨਹੀਂ ਹੈ। ਬਹੁਤ ਛੋਟਾ ਜਿਹਾ ਵਪਾਰੀ ਤਬਕੇ ਦਾ ਹਿੱਸਾ ਹੈ। ਬਿਜ਼ਨਸਮੈਨ ਜ਼ਿਆਦਾ ਇਹਦੇ ਸ਼ਰਧਾਲੂ ਹੈਗੇ, ਤੇ ਇਸ ਕਿਸਮ ਦੇ ਛੋਟਾ ਜਿਹਾ ਤਬਕਾ ਹੈ। ਤੇ ਸਰਕਾਰ, ਬਿਜ਼ਨਸਮੈਨ ਹਮੇਸ਼ਾ ਸਰਕਾਰਾਂ ਨਾਲ ਮਿਲ ਕੇ ਚੱਲਦੇ ਆ, ਤੇ ਇਹ ਸਰਕਾਰਾਂ ਦੇ ਹੀ ਬੰਦੇ ਆ। ਜੇ ਸਰਕਾਰਾਂ ਦਾ ਬੰਦੇ ਹੋਣ ਕਰਕੇ ਤਾਂ ਇਹਨਾਂ ਤੇ ਉਹ ਮਿਲੀਟੈਂਸੀ ਦੇ ਦਿਨਾਂ ਚ ਅਟੈਕ ਵੀ ਹੋਇਆ, ਜਿਹੜਾ ਇਹਦਾ ਜਿਹੜਾ ਪਹਿਲੇ ਵਾਲਾ ਪ੍ਰੀਡੀਸੈਸਰ ਸੀ ਉਹ ਮਾਰਿਆ ਗਿਆ, ਪਹਿਲਾਂ ਵਾਲਾ ਜਿਹੜਾ ਮਹੰਤ ਸੀਗਾ। ਮੁੱਕਦੀ ਗੱਲ ਇਹ ਹੈ, ਬਿਲਕੁਲ ਉਸੇ ਕਿਸਮ ਦਾ ਵਰਤਾਰਾ ਹੋ ਰਿਹਾ ਜਿਹੜਾ ਅੰਗਰੇਜ਼ਾਂ ਵੇਲੇ ਮਹੰਤਾਂ ਕੋਲੇ ਸਾਰਾ ਦਰਬਾਰ ਸਾਹਿਬ ਤੇ ਹੋਰ ਸਾਰੇ ਵੱਡੇ ਵੱਡੇ ਗੁਰਦੁਆਰਿਆਂ ਦਾ ਕੰਟਰੋਲ ਹੁੰਦਾ ਸੀ, ਤੇ ਸਰਕਾਰ ਦੇ ਦੀ ਮਦਦ ਨਾਲ ਉਹ ਕੰਟਰੋਲ ਆਪਣਾ ਕੰਟੀਨਿਊ ਨਹੀਂ, ਪਰ ਰੱਖਦੇ। ਇਹ ਤਾਂ ਲੱਗਦਾ ਨਹੀਂ ਕਿਤੇ ਕਿ ਜਿਹੜੀ ਕਮੇਟੀ, ਜਿਸ ਤਰ੍ਹਾਂ ਜਗਦੀਸ਼ ਸਿੰਘ ਝੀਂਡਾ ਉਹਨਾਂ ਨੇ ਵੱਖਰੀ ਬਣਾਈ ਹੈ, ਜਾਂ ਨਿਦਾਰ ਸਿੰਘ ਨਲਵੀ ਹੋਣੀ ਨਾਰਾਜ਼ ਹੋ ਕੇ ਵੱਖਰੇ ਬੈਠੇ ਹੈ, ਦਾਦੂਵਾਲ ਹੋਣੀ ਵੱਖਰੇ ਬੈਠੇ, ਕਿ ਉਹਨਾਂ ਨੂੰ ਇਸ ਗੱਲ ਲਈ ਸਗੋਂ ਗੱਲ ਕਰਨੀ ਚਾਹੀਦੀ ਸੀ ਕਿ ਚੋਣਾਂ ਹੋਣ ਉਸ ਕਮੇਟੀ ਦੀਆਂ ਬਕਾਇਦਾ, ਕਿਉਂਕਿ ਅਜੇ ਤਾਂ ਸਰਕਾਰ ਵੱਲੋਂ ਨਾਮਜ਼ਦ ਕਮੇਟੀ ਬਣੀ ਹੈ ਨਾ, ਪਰ ਚੋਣਾਂ ਦੀ ਕੋਈ ਗੱਲ ਨਹੀਂ ਕਰ ਰਿਹਾ। ਦੇਖੋ, ਇਸ ਦੇ ਐਕਟ ਦੇ ਵਿੱਚ ਆ ਵੀ 18 ਮਹੀਨੇ ਇੱਕ ਅਡਹੌਕ ਕਮੇਟੀ ਬਣਾਈ ਜਾਊ, ਉਦੋਂ ਪਿਛੋਂ ਰੈਗੂਲਰ ਚੋਣਾਂ ਹੋਣਗੀਆਂ, ਜਿਹਦੇ ਉੱਤੇ ਖੱਟੜ ਪਹਿਲਾਂ ਹੀ ਕਹਿ ਚੁੱਕਿਆ ਵੀ ਦੇਖਾਂਗੇ ਉਸਦੇ ਪਿੱਛੋਂ ਚੋਣਾਂ ਦੀ ਲੋੜ ਪੈਂਦੀ ਆ ਜਾਂ ਨਹੀਂ ਪੈਂਦੀ, ਜਾਂ ਸਿੱਖ ਸੰਗਤ ਕੀ ਕਹਿੰਦੀ ਆ, ਜਾਂ ਉਦੋਂ ਦਾ ਇਲੈਕਸ਼ਨ ਕਮਿਸ਼ਨ ਕੀ ਕਹਿੰਦਾ। ਦੇਖੋ, ਉਹਨਾਂ ਨੇ ਕੀ ਕੀਤਾ, ਨਾਲ ਚੋਣਾਂ ਲਈ ਇੱਕ ਜੱਜ ਵੀ ਨਿਯੁਕਤ ਕਰ ਦਿੱਤਾ ਪਹਿਲਾਂ ਹੀ ਚੋਣਾਂ ਦਾ। ਉਹ ਚੱਲਦਾ ਰਹੇਗਾ, ਦੋਨੋਂ ਚੱਲਦੀਆਂ ਰਹਿਣਗੀਆਂ। ਉਹਨਾਂ ਨੇ ਚੋਣਾਂ ਫਿਰ ਆਪਣੇ ਹੱਥ 'ਚ ਰੱਖੀਆਂ। ਤੁਹਾਨੂੰ ਪਤਾ ਵੀ ਉਹਦੇ ਵਿੱਚ ਇੱਕ ਉਹਨਾਂ ਨੇ ਇੱਕ ਪੈਟਰਨ ਬਣਾਇਆ ਹੋਇਆ, ਹਾਂਜੀ, ਸਰਪ੍ਰਸਤ ਜੀ, ਸਰਪ੍ਰਸਤ ਬਣਾਇਆ। ਸਰਪ੍ਰਸਤ ਹੀ ਦੱਸੇਗਾ ਵੀ ਹਾਂ ਚੋਣਾਂ ਦੀ ਲੋੜ ਹੈ ਕਿ ਨਹੀਂ। ਫਿਰ ਚੋਣਾਂ ਵੀ ਇਹਨਾਂ ਦੇ ਆਪਦੇ ਹੱਥ 'ਚ ਹੈ। ਕਿਹਾ ਜਾਂਦਾ ਵੀ ਅਸੀਂ 18 ਮਹੀਨਿਆਂ ਲਈ ਐਡਹੌਕ ਕਮੇਟੀ ਬਣਾਈ ਹੈ, ਐਕਚੁਅਲੀ ਇਹੀ ਕਮੇਟੀ ਰਨ ਕਰੇਗੀ। ਥੋੜੀ ਜਿਹੀ ਇਹਨਾਂ ਨੂੰ ਲੱਗਦਾ ਵੀ ਟੀਥਿੰਗ ਟਰਬਲ ਹੈ, ਸ਼ੁਰੂ ਦੀਆਂ ਸਾਨੂੰ ਪ੍ਰੋਬਲਮ ਆ ਰਹੀਆਂ, ਅਸੀਂ ਹੌਲੀ ਹੌਲੀ ਸੈਟਲ ਕਰ ਦਿਆਂਗੇ। ਜੇ ਇਹ ਮਹੰਤ ਦੀ ਥਾਂ ਤੇ ਕੋਈ ਹੋਰ ਜਿਹੜਾ ਥੋੜਾ ਜਿਹਾ ਐਕਸੈਪਟਡ ਬੰਦਾ ਹੋਇਆ, ਪ੍ਰਵਾਨਿਤ ਹੋਇਆ ਸਿੱਖਾਂ ਨੂੰ, ਉਹਨੂੰ ਲੈ ਆਉਣਗੇ। ਸਵਾਲ ਹੈ ਵੀ ਇੱਕ ਤਰੀਕੇ ਨਾਲ ਇਹ ਕੰਟਰੋਲ 'ਚ ਰੱਖਣਾ ਹੈ। ਜਿਵੇਂ ਹੁਣ ਅਕਾਲ ਤਖਤ ਕੀ ਫੈਸਲਾ ਕਰ ਦੂਗਾ ਜਾ ਕੇ, ਹੁਣ ਇਹਨਾਂ ਦੇ ਜਗਦੀਸ਼ ਝੀਂਡਾ ਵਰਗਿਆਂ ਨੂੰ, ਜੋ ਅਕਾਲ ਤਖਤ ਦੀ 41 ਮੈਂਬਰੀ ਕਮੇਟੀ, ਕਿਉਂਕਿ ਅਕਾਲ ਤਖਤ ਤਾਂ ਖੁਦ ਹੀ ਅੱਜ ਕੱਲ ਮੋਦੀ ਸਰਕਾਰ ਨਾਲ ਚੱਲ ਰਿਹਾ। ਉਹਨੂੰ ਜਿਹੜੀ ਸਿਕਿਉਰਿਟੀ ਦਿੱਤੀ ਆ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਸਿਕਿਉਰਿਟੀ ਦਿੱਤੀ ਆ 50 ਬੰਦਿਆਂ ਦੀ, ਉਹ ਸੈਂਟਰ ਦੀ ਸਿਕਿਉਰਿਟੀ ਐਕਸੈਪਟ ਕੀਤੀ ਤਾਂ ਸੈਂਟਰ ਦਾ ਕੰਮ ਕਰਦਾ ਉਹ ਨਾ ਕਰੇ। ਪੰਜਾਬ ਦੀ ਕਿਉਂ ਨਹੀਂ ਕੀਤੀ ਉਹਨੇ? ਐਕਚੁਅਲੀ ਚਾਹੀਦਾ ਐਸਜੀਪੀਸੀ ਵੱਲੋਂ ਉਹਨੂੰ ਸਿਕਿਉਰਿਟੀ ਦਿੱਤੀ ਜਾਵੇ, ਉਹ ਨਾ ਪੰਜਾਬ ਗਵਰਨਮੈਂਟ ਦੀ ਐਕਸੈਪਟ ਪ੍ਰਵਾਨ ਕਰੇ ਤੇ ਨਾ ਦਿੱਲੀ ਦੀ ਕਰੇ। ਹੁਣ ਜੋ ਦਿੱਲੀ ਦੇ 50 ਬੰਦਿਆਂ ਦੀ ਐਕਸੈਪਟ ਕਰ ਲਈ ਹੈ, 50 ਲੱਖ ਜਾਂ 1 ਕਰੋੜ ਰੁਪਈਆ ਉਹਦੇ ਤੇ ਮਹੀਨੇ ਦਾ ਖਰਚ ਕਰ ਰਿਹਾ ਦਿੱਲੀ ਸਰਕਾਰ ਕਰ ਰਹੀ ਹੈ, ਕੇਂਦਰ ਸਰਕਾਰ ਕਰ ਰਹੀ ਹੈ। ਇਹਦਾ ਮਤਲਬ ਵੀ ਉਹਨਾਂ ਨੂੰ ਇਹ ਸੌਦਾ ਉਹਨਾਂ ਦੇ ਹੱਕ 'ਚ ਹੋਊਗਾ ਨਾ, ਕੇਂਦਰ ਸਰਕਾਰ ਤੇ ਤਾਂ ਹੀ ਕਰ ਰਹੀ ਹੈ। ਤੇ ਇਸ ਕਰਕੇ ਫਿਰ ਉਹ ਕੱਲਾ ਇਹ ਨਹੀਂ ਹੈ ਵੀ ਇੱਥੇ ਇਹਦੀ ਸਿਕਿਉਰਿਟੀ ਕਰ ਰਹੇ ਆ, ਉਹ ਇਸ ਨੂੰ ਇਨਡਾਇਰੈਕਟਲੀ ਆਪਣੇ ਤਰੀਕੇ ਨਾਲ ਹੀ ਕੇਂਦਰ ਚਲਾ ਰਿਹਾ। ਇਸ ਕਰਕੇ ਇਹਨੇ ਕੀ ਕਰਨਾ ਹੈਗਾ। ਇਸ ਕਰਕੇ ਬਹੁਤ ਹੀ ਹਾਸੋਹੀਣੀ ਹਾਲਤ ਵਿੱਚ ਹੈ। ਕੋਈ ਪੱਲੇ ਨਹੀਂ ਪੈਣਾ ਕੁਛ, ਨਾ ਇਹਨਾਂ ਦੇ ਪੈਣਾ, ਨਾ ਅਕਾਲ ਤਖਤ ਨੇ ਪਾਉਣਾ। ਅਕਾਲ ਤਖਤ ਕੀ ਫੈਸਲਾ ਕਰ ਦੂਗਾ? ਸੈਂਟਰ ਦੇ ਵੱਲ ਉਹ ਦੇਖੂਗਾ ਸਾਰਾ ਕੁਛ। ਉਹਦੇ ਰਾਹੀਂ ਅਕਾਲੀ ਦਲ ਥੋੜਾ ਜਿਹਾ ਆਪਣਾ ਉਹਦੇ ਵਿੱਚੋਂ ਹਿੱਸਾ ਕੱਢਣਾ ਚਾਹੂਗਾ, ਥੋੜਾ ਕਲਾ ਵੀ ਮੈਂ ਪੋਲੀਟੀਕਲੀ ਬੈਨੀਫਿਟ ਨਹੀਂ, ਲੈ। ਪਰ ਇੱਕ ਗੱਲ ਤਾਂ ਹੈ ਨਾ ਸਾਹਿਬ, ਦੇਖੋ ਪਹਿਲਾਂ ਜਦੋਂ ਇਹ ਕਮੇਟੀ ਦੇ ਲਈ ਬਕਾਇਦਾ ਐਲਾਨ ਹੋ ਗਿਆ ਔਰ ਸਾਰੇ ਹਰਿਆਣੇ ਦੀ ਸਿੱਖ ਸੰਗਤ ਇਸ ਗੱਲ ਲਈ ਸਹਿਮਤ ਹੋ ਗਈ, ਤਾਂ ਉਸ ਤੋਂ ਪਹਿਲਾਂ ਇਹ ਸਥਿਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਉੱਥੇ ਆਪਣਾ ਦਖਲ ਚਾਹੁੰਦਾ ਸੀ, ਪਰ ਹੁਣ ਉਹਨਾਂ ਨੂੰ ਦਖਲ ਦੇਣ ਦੇ ਲਈ ਇੱਕ ਆਧਾਰ ਤਾਂ ਮਿਲ ਗਿਆ ਨਾ। ਦਖਲ ਦੇਣ ਲਈ ਆਧਾਰ ਮਿਲ ਗਿਆ, ਬਿਲਕੁਲ ਆਧਾਰ ਮਿਲ ਗਿਆ, ਪਰ ਇਹਦੇ ਰਾਹੀਂ ਉਹ ਆਪਣਾ ਆਧਾਰ ਪੈਦਾ ਕਰ ਲੂ। ਅਕਾਲੀ ਦਲ ਸੌਦਾ ਕਰ ਲੂ ਸੈਂਟਰ ਨਾਲ, ਫਿਰ ਬੀਜੇਪੀ ਨਾਲ। ਬੀਜੇਪੀ ਦੀ ਸਰਕਾਰ ਹੈ ਨਾ ਦਿੱਲੀ ਹਰਿਆਣੇ ਦੇ ਵਿੱਚ, ਤੇ ਦਿੱਲੀ 'ਚ ਵੀ ਬੀਜੇਪੀ ਸਰਕਾਰ ਹੈ। ਉਹੀ ਸੌਦਾ ਕਰ ਲੂ ਵਿੱਚੋਂ, ਉਹਦਾ ਬਾਂਦਰ ਵਾਲਾ ਆਪਣੇ ਵਿੱਚੋਂ ਕੱਢ ਲੂ ਕੁਛ ਨਾ ਕੁਛ। ਨਹੀਂ, ਉਹ ਤਾਂ ਸਿੱਧੂ ਸਾਹਿਬ ਫਿਰ ਇਹ ਹੈ ਨਾ ਕਿ ਦਿੱਲੀ ਵਾਲੀ ਕਮੇਟੀ ਵੀ ਜਿਹੜੀ ਆ ਉਹ ਵੀ ਭਾਰਤੀ ਜਨਤਾ ਪਾਰਟੀ ਦੀ ਹੋ ਗਈ ਤੇ ਹਰਿਆਣੇ ਵਾਲੀ ਵੀ ਉਹਨਾਂ ਦੀ ਹੋ ਗਈ। ਤੁਸੀਂ ਸਿੱਖਾਂ ਦੀ ਹਾਸੋਹੀਣੀ ਹਾਲਤ ਦੇਖ ਲਓ। ਹਰਿਆਣੇ ਵਾਲੀ ਕਮੇਟੀ ਵੀ ਭਾਰਤੀ ਜਨਤਾ ਪਾਰਟੀ ਦੀ, ਦਿੱਲੀ ਵਾਲੀ ਕਮੇਟੀ ਵੀ ਭਾਰਤੀ ਜਨਤਾ ਪਾਰਟੀ ਦੀ, ਹਜੂਰ ਸਾਹਿਬ ਦਾ ਬੋਰਡ ਵੀ ਭਾਰਤੀ ਜਨਤਾ ਪਾਰਟੀ ਦਾ, ਤੇ ਇਹ ਇੱਥੋਂ ਤੱਕ ਹੈ ਵੀ ਆਪਣਾ
ਜਿਹੜਾ ਪਟਨਾ ਸਾਹਿਬ ਦਾ ਪੁਲ, ਉਹ ਵੀ ਚਲੋ ਮੰਨ ਸਕਦੇ ਵੀ ਹਜੇ ਭਾਜਪਾ ਦੀ ਸਰਕਾਰ ਹੈ ਨਹੀਂ ਉੱਥੇ, ਤਾਂ ਇਹ ਦੂਜਾ ਕਹਿ ਦਿਓ ਵੀ ਨਿਤਿਸ਼ ਕੁਮਾਰ ਵਰਗਿਆਂ ਦਾ ਕੰਟਰੋਲ ਹੈ। ਸਿੱਧੂ ਸਾਹਿਬ ਪਿਛਲੇ ਦਿਨਾਂ 'ਚ ਪਟਨਾ ਸਾਹਿਬ ਨੇ ਵੀ ਤਾਂ ਆਪਣਾ ਵੱਖਰਾ ਸਟੈਂਡ ਲੈ ਲਿਆ ਸੀਗਾ ਜਦੋਂ ਉਹ ਉੱਥੇ ਵੀ ਸਾਰਾ ਬੀਜੇਪੀ ਦੀ ਦਖਲਅੰਦਾਜ਼ੀ ਹੈ, ਤੇ ਅਕਾਲ ਤਖਤ ਤੇ ਵੀ ਸਿੱਧੀ ਬੀਜੇਪੀ ਦੀ ਭਾਜਪਾ ਦੀ ਦਖਲਅੰਦਾਜ਼ੀ ਹੈ, ਭਾਜਪਾ ਸਰਕਾਰ ਦੀ ਦਿੱਲੀ ਵਾਲ ਦੀ ਦਖਲਅੰਦਾਜ਼ੀ ਹੈ। ਤੁਸੀਂ ਦੱਸੋ ਬਚਿਆ ਕਿਹੜਾ? ਕਿਹੜੀਆਂ ਖੇਡਾਂ ਖੇਡਣ ਦੀ ਗੱਲ ਕਰਦੇ ਹੈ? ਬਾਰ-ਬਾਰ ਇਹ ਗੱਲ ਕਹਿੰਦੀ ਹੈ ਕਿ ਆਰਐਸਐਸ ਤੇ ਬੀਜੇਪੀ ਇੱਥੇ ਦਖਲ ਦੇ ਕੇ ਇੱਥੇ ਕਬਜ਼ਾ ਕਰਨਾ ਚਾਹੁੰਦੀ ਹੈ, ਤੇ ਫਿਰ ਇਹ ਗੱਲ ਉਧਰ ਨੂੰ ਹੀ ਜਾ ਰਹੀ ਹੈ। ਵੇਖੋ, ਕਬਜ਼ਾ ਨਹੀਂ ਕਰਨਾ ਚਾਹੁੰਦਾ, ਕਬਜ਼ਾ ਇਹਨਾਂ ਨੇ ਇਨਵਾਈਟ ਕੀਤਾ, ਸੱਦਾ ਦਿੱਤਾ ਕਬਜ਼ੇ ਨੂੰ ਕੇਂਦਰ ਦਾ। ਇਹ ਦਿੱਤਾ ਤੁਸੀਂ ਅੰਗਰੇਜ਼ਾਂ ਨੇ 1925 ਤੇ ਅੰਗਰੇਜ਼ਾਂ ਨੇ ਜਦੋਂ ਐਕਟ ਬਣਾਤਾ, ਐਕਟ ਰਾਹੀਂ ਚੋਣ ਹੋ ਗਈ, ਉਦੋਂ ਹੀ ਉਸ ਵੇਲੇ ਦੇ ਅਕਾਲੀ ਦਲ ਨੇ ਚੋਣ ਵਿੱਚ ਹਿੱਸਾ ਲੈ ਕੇ ਐਕਟ ਨੂੰ ਮੰਨ ਕੇ ਪ੍ਰਵਾਨ ਕਰਕੇ ਇਨਵਾਈਟ ਕਰ ਲਈ ਸਰਕਾਰੀ ਦਖਲਅੰਦਾਜ਼ੀ, ਸੱਦਾ ਦੇ ਕੇ ਸਰਕਾਰੀ ਦਖਲਅੰਦਾਜ਼ੀ ਨੂੰ। ਉਹ ਸਰਕਾਰੀ ਦਖਲਅੰਦਾਜ਼ੀ 1925 ਦੀ ਚੱਲੀ ਆ ਰਹੀ ਹੈ, ਤੇ ਉਹਦੇ ਡਿਫਰੈਂਟ ਰੂਪ ਹੈ, ਵੱਖਰੇ ਰੂਪ ਵਿੱਚ ਆ ਕੇ ਉਹ ਦਿੱਲੀ ਵਿੱਚ ਹੋਰ ਰੂਪ ਚ ਹੈ, ਅੰਮ੍ਰਿਤਸਰ ਦੇ ਵਿੱਚ ਹੋਰ ਰੂਪ ਚ ਹੈ, ਪਟਨਾ ਸਾਹਿਬ ਚ ਹੋਰ ਹੈ, ਹਜੂਰ ਸਾਹਿਬ ਵਿੱਚ ਹੋਰ ਰੂਪ ਚ ਹੈ, ਕਿਤੇ ਸਿੱਧੇ ਰੂਪ ਚ ਹੈ, ਕਿਤੇ ਸਿੱਧੇ ਰੂਪ ਚ ਹੈ। ਦਖਲਅੰਦਾਜ਼ੀ ਹਜੇ ਤੱਕ ਜਿਹੜਾ ਸਿੱਖ ਪੰਥ ਹੈ, ਇਹ ਸਾਰਾ ਦਿੱਲੀ ਦੇ ਮੁਤਾਬਕ ਚੱਲਦਾ। ਹੋਰ ਤੁਸੀਂ ਮੈਨੂੰ ਰਿਲੀਜਨ ਦੱਸੋ ਜਿਹਦੀਆਂ ਚੋਣਾਂ, ਜਿਹਦੇ ਕਿਸੇ ਦੀ ਚੋਣਾਂ ਸਰਕਾਰ ਕਰਾਉਂਦੀ ਹੋਵੇ? ਕਿਉਂ? ਇਹ ਐਕਟ ਬਣਨ ਨਾਲ ਤਾਂ ਤੁਹਾਨੂੰ ਉਹਨਾਂ ਨੇ ਕੰਟਰੋਲ ਕਰਕੇ ਇੱਕ ਛੋਟੀ ਜਿਹੀ ਮਿਨੋਰਿਟੀ ਹੋਵੇ, 2% ਦੀ, 1.78% ਪਾਪੂਲੇਸ਼ਨ ਹੋਵੇ, ਉਹਦੇ ਵਿੱਚੋਂ ਉਹ ਐਡੀ ਛੋਟੀ ਮਿਨੋਰਿਟੀ ਹੋਵੇ, ਉਹਦੀ ਜਿਹੜੀ ਉਹਦੇ ਧਾਰਮਿਕ ਅਦਾਰਿਆਂ ਦਾ ਕੰਟਰੋਲ ਇੱਕ ਹੋਮ ਮਿਨਿਸਟਰੀ ਕੋਲੇ ਹੋਵੇ, ਸਿੱਧਾ ਉਹਨਾਂ ਕੋਲੇ ਕੰਟਰੋਲ ਹੈ, ਸੈਂਟਰ ਕੋਲੇ ਕੰਟਰੋਲ ਹੈ, ਸੈਂਟਰਲ ਗਵਰਨਮੈਂਟ ਕੋਲੇ। ਇਸ ਕਰਕੇ ਆਹ ਖੇਡਾਂ ਹੈ ਜਿਹੜੀਆਂ ਖੇਡ ਖਿਡਾਈ ਜਾਂਦੇ ਹੈਗੇ, ਕੁਛ ਹਰਿਆਣੇ ਵਾਲੇ ਸਿੱਖਾਂ ਤੋਂ ਖਿਡਾਈ ਜਾਂਦੇ ਆ, ਉਧਰ ਇੱਧਰ ਅੰਮ੍ਰਿਤਸਰ ਵਾਲਿਆਂ ਤੋਂ, ਬਾਕੀਆਂ ਦੀਆਂ ਖੇਡਾਂ ਵੀ ਇਸੇ ਕਿਸਮ ਦੀਆਂ ਜਿਹੜੀਆਂ। ਇਸ ਕਰਕੇ ਲੱਭੋ ਲੁਆਵ ਇਹ ਹੈ, ਸਿੱਖਾਂ ਨੂੰ ਸੋਚਣਾ ਪਊਗਾ, ਇਹਨਾਂ ਦਾ ਨਾ ਅਕਾਲ ਤਖਤ ਆਜ਼ਾਦ ਹੈ, ਨਾ ਇਹਨਾਂ ਦੇ ਹੋਰ ਜਿਹੜੇ ਦੂਜੇ ਜਿਹੜੇ ਤਖਤ ਹੈ ਉਹ ਵੀ ਕੋਈ ਆਜ਼ਾਦ ਨਹੀਂ ਹੈ। ਤੇ ਹਰਿਆਣਾ ਵੀ ਗਵਰਨਮੈਂਟ ਆਜ਼ਾਦ, ਹਰਿਆਣਾ ਦੇ ਗੁਰਦੁਆਰੇ ਵੀ 50-60 ਦਾ ਕੰਟਰੋਲ ਹੁਣ ਫਿਰ ਕੇਂਦਰ ਦੇ ਹੱਥ, ਆਪਣੇ ਹਰਿਆਣਾ ਗਵਰਨਮੈਂਟ ਦੇ ਹੱਥ ਚ ਆ ਗਿਆ, ਟੇਢੇ ਤਰੀਕੇ ਨਾਲ ਆ ਗਿਆ, ਜੇ ਸਿੱਧਾ ਨਹੀਂ ਆਇਆ। ਤੇ ਅਕਾਲੀ ਦਲ ਦਾ ਜਿਹੜਾ ਕੰਟਰੋਲ ਹੁੰਦਾ ਸੀ, ਉਹ ਵੀ ਇੱਕ ਤਰੀਕੇ ਨਾਲ ਬੀਜੇਪੀ ਦੇ ਮੁਤਾਬਕ ਚੱਲਦਾ ਸੀ। ਤੁਸੀਂ ਐਗਜ਼ਾਮਪਲ ਦੇਖ ਲਓ, 2018 ਦੇ ਵਿੱਚ ਜਿਹੜਾ ਵੀਰਵਾਲ ਦਿਵਸ ਮਨਾਇਆ ਗਿਆ, ਇਹਨਾਂ ਨੇ ਬਾਲ ਦਿਵਸ ਮਨਾਉਣ ਦਾ ਪ੍ਰਪੋਜ਼ਲ ਆਪ ਰੈਜ਼ੋਲੂਸ਼ਨ ਪਾ ਕੇ ਦਿੱਤੀ ਸੀ ਸੈਂਟਰ ਨੂੰ, ਕਿ ਬਾਲ ਦਿਵਸ ਮਨਾਇਆ ਜਾਵੇ ਜੀ, ਨਹਿਰੂ ਨੂੰ ਪਾਸੇ ਕੱਢਿਆ ਜਾਵੇ। ਆਹੋ ਬਿਲਕੁਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਨਕਲੇਵ ਕੀਤਾ ਸੀ, ਉਸ ਕਨਕਲੇਵ ਨੇ ਫੈਸਲਾ ਕਰਕੇ ਸਿਫਾਰਿਸ਼ ਕੀਤੀ ਸੀ। ਤੇ ਜਦੋਂ ਤੁਸੀਂ ਆਪ ਹੀ ਇਨਵਾਈਟ ਕੀਤਾ ਕਿ ਦਖਲਅੰਦਾਜ਼ੀ, ਹੁਣ ਤੁਸੀਂ ਅਕਾਲ ਤਖਤ ਨੇ ਵੀ ਵਿਰੋਧ ਕੀਤਾ ਵੀ ਵੀਰਵਾਰ ਦਿਵਸ ਨਾ ਬਣਾਇਆ ਜਾਵੇ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਹਾੜਾ ਹੀ ਰੱਖਿਆ ਜਾਵੇ। ਅਗਲੇ ਨੇ ਲੋੜ ਪੈ ਗਈ, ਹੁਣ ਇਲੈਕਸ਼ਨ ਆ ਰਹੀ ਹੈ, ਬੀਜੇਪੀ ਨੇ ਇਹ ਕੰਮ ਕਰ ਲਿਆ। ਕੰਮ ਤਾਂ ਤੁਸੀਂ ਸਾਰਾ ਸਰਕਾਰ ਦਾ ਆਪ ਹੀ ਕਰਦੇ ਹੋ ਨਾ। ਇਸੇ ਤਰੀਕੇ ਨਾਲ ਹਰਿਆਣੇ ਦੇ ਵਿੱਚ ਆਪ ਹੀ ਤੁਸੀਂ ਕੰਮ ਕੀਤਾ ਸਾਰਾ, ਅਕਾਲੀ ਦਲ ਨੇ ਹੀ ਮੁੱਢ ਬੰਨਿਆ ਬੇਸਿਕਲੀ ਇਹ ਵੱਖਰੀ ਕਮੇਟੀ ਦਾ। ਤੇ ਜੇ ਵੱਖਰਾ ਹੋਣ ਦੀ ਗੱਲ ਦੀ ਥਾਂ ਤੇ ਉਹਨਾਂ ਨੂੰ ਅਕਮੋਡੇਟ ਕਰ ਲੈਂਦੇ, ਉਹਨਾਂ ਨੂੰ ਬਣਦੀ ਉਹਨਾਂ ਦੀ ਥਾਂ ਸਪੇਸ ਹੈ, ਜਿਹੜੀ ਸਟਰਕਚਰ ਹੁੰਦਾ ਕਿਹੜਾ ਗਵਰਨਿੰਗ ਸਟਰਕਚਰ, ਉਹ ਦੇ ਦਿੰਦੇ ਗੁਰਦੁਆਰਿਆਂ ਦੇ, ਨਹੀਂ ਦਿੱਤੀ ਇਹ ਥਾਂ। ਹੁਣ ਮਤਲਬ ਕਿ ਫਿਰ ਜਿੰਨਾ ਚਿਰ ਉਧਰ ਚੱਲਿਆ, ਹੁਣ ਇੱਧਰ ਦੂਜੇ ਪਾਸੇ ਦਿੱਲੀ ਦੇ ਰਾਹੀਂ ਕੰਟਰੋਲ ਕਰਨਾ ਚਾਹੁੰਦੇ ਆ, ਕਦੇ ਸੁਪਰੀਮ ਕੋਰਟ 'ਚ ਜਾਂਦੇ ਆ, ਤੇ ਕਦੇ ਹੁਣ ਅਕਾਲ ਤਖਤ ਤੇ ਆ ਜਾਓ, ਅਸੀਂ ਤੁਹਾਡੀ ਮਦਦ ਕਰਾਂਗੇ। ਉਹ ਢੀਂਗਾ ਗਰੁੱਪ ਨੂੰ ਅਕਾਲ ਤਖਤ ਤੇ ਲੈ ਆਏ ਆ, ਆਪਣੀ ਲੋੜ ਨੂੰ ਆ ਗਏ ਆ, ਕਿਵੇਂ ਵੀ ਕਰ ਲਓ, ਦੋਨੋਂ ਪਾਸੇ ਸਾਰੀ ਆਪਸੀ ਦੀ ਮਿਲ। ਇਹ ਜਿਹੜੀਆਂ ਸਾਰੀਆਂ ਇਹ ਖੱਜਲ ਖੁਆਰੀਆਂ ਦੀ ਇੱਕ ਨਿਸ਼ਾਨੀ ਹੈ। ਸਿੱਖ ਪੰਥ ਟੋਟਲ ਸਿੱਧੇ ਲੈਵਲ ਤੇ ਗੁਲਾਮ ਹੈ, ਦਿੱਲੀ ਮੁਤਾਬਕ ਚੱਲਦਾ ਹੈ, ਕੇਂਦਰੀ ਸਰਕਾਰ ਮੁਤਾਬਕ ਚੱਲਦਾ ਹੈ, ਜਾਂ ਅਸੀਂ ਕਹਿ ਦਈਏ ਜਿਵੇਂ ਵੀ ਇੰਡੀਅਨ ਡੀਪ ਸਟੇਟ ਚਲਾਉਣਾ ਚਾਹੁੰਦੇ ਹੋ ਉਵੇਂ ਚੱਲਦਾ। ਬਾਕੀ ਗੱਲਾਂ ਸਾਰੀਆਂ ਫਜ਼ੂਲ ਹੈ ਸਾਰੀਆਂ, ਤੇ ਇਸ ਕਰਕੇ ਕੰਟਰੋਲਡ ਹੈ, ਸਾਰਾ ਕੁਝ ਚੱਲੀ ਜਾਂਦਾ। ਇਦੋਂ ਵੱਧ ਗੁਲਾਮੀ ਦੀ ਨਿਸ਼ਾਨੀ ਹੋਰ ਨਹੀਂ ਹੋ ਸਕਦੀ। ਜਿਹੜੇ ਆਪਣੇ ਆਪ ਨੂੰ ਵੱਡੀਆਂ ਡੀਂਗਾ ਮਾਰ ਰਹੇ ਆ, ਅਸੀਂ ਆਹ ਕਰ ਦਿਆਂਗੇ, ਅਸੀਂ ਵੱਖਰਾ। ਉਹਦੇ ਚ ਗੁਲਾਮੀ ਤਾਂ ਸਿੱਧੂ ਸਾਹਿਬ ਆਪ ਹੀ ਇਹਨਾਂ ਨੇ ਐਕਟ ਮੰਨਿਆ, ਆਪ ਹੀ ਸਾਰਾ ਕੁਝ ਕੀਤਾ। ਉਹ ਤਾਂ ਜਿਸ ਤਰ੍ਹਾਂ ਦੂਜੇ ਹਿੰਦੁਸਤਾਨ ਦੇ ਕਾਨੂੰਨ ਹੈ ਉਸ ਤਰ੍ਹਾਂ ਹੀ ਉਹ ਕਾਨੂੰਨ ਹੈ, ਇਹਦੇ ਚ ਗੁਲਾਮੀ ਵਾਲੀ ਕਿਹੜੀ ਗੱਲ ਹੋਈ? ਗੁਲਾਮੀ ਵਾਲੀ ਗੱਲ ਇਹ ਹੈ ਵੀ ਜਦੋਂ ਤੁਸੀਂ ਕਾਨੂੰਨ ਐਡੀ ਛੋਟੀ ਜਿਹੀ ਮਿਨੋਰਿਟੀ ਤੇ ਚੰਦਕ ਬੰਦੇ ਤੁਹਾਡੇ ਚੋਂ ਸਰਕਾਰੀ ਕੱਢ ਲਏ ਜਾਂਦੇ ਆ, ਜਿਹੜੇ ਦਲਾਲ ਕੱਢ ਲਏ ਜਾਂਦੇ, ਉਹਨਾਂ ਰਾਹੀਂ ਬਣਾ ਦਿੱਤਾ ਜਾਂਦਾ।
ਤੱਕ ਤਰੀਕਾ ਤਾਂ ਸਾਰਾ 1925 ਤੋਂ ਲੈ ਕੇ ਸਰਦਾਰ ਬਹਾਦਰ ਮਤਾਬ ਸਿੰਘ ਤੋਂ ਲੈ ਕੇ ਹੁਣ ਤੱਕ ਦਾ ਤਰੀਕਾ ਤਾਂ ਉਹੀ ਹੈ। ਜਿਹੜਾ ਹੁਣ ਮਹੰਤ ਕਰਮਜੀਤ ਸਿੰਘ, ਸਾਰਾ ਤਰੀਕਾ ਤਾਂ ਸੇਮ ਹੀ ਆ ਸਾਰਾ ਕੁਝ। ਪਰ ਤੁਸੀਂ ਇਹਦੇ ਲਈ ਗੁਲਾਮ ਹੁੰਦਾ, ਫਿਰ ਆ ਝਿੰਡੇ ਵਰਗੇ ਗੁਲਾਮ ਕਿਉਂ ਮਹਿਸੂਸ ਕਰਦੇ ਆ? ਇਹ ਕਮੇਟੀ ਨੂੰ ਰਿਜੈਕਟ ਕਿਉਂ ਕਰਦੇ ਆ? ਉਹ ਮਹਿਸੂਸ ਕਰਦੇ ਆ ਵੀ ਹੁਣ ਸਾਡਾ ਕੰਟਰੋਲ ਨਹੀਂ ਰਿਹਾ, ਇਹ ਸਾਡੀ ਕਮੇਟੀ ਨਹੀਂ ਹੈ, ਇਹ ਬੀਜੇਪੀ ਦੀ ਜਾਂ ਖੱਟੜ ਸਰਕਾਰ ਦੀ ਚੁਣੀ ਹੋਈ। ਨਹੀਂ ਸਿੱਧੂ ਸਾਹਿਬ, ਗੱਲ ਤਾਂ ਹੈ ਕਿ ਜੇ ਝਿੰਡਾ ਉਹਨਾਂ ਨੂੰ ਬਣਾ ਦਿੰਦੇ ਫਿਰ ਉਹ ਕਮੇਟੀ ਠੀਕ ਸੀ। ਨਹੀਂ ਬਣਾਉਂਦੇ ਵੀ ਨਹੀਂ ਸੀ, ਕਿਉਂਕਿ ਉਹ ਮੋਸਟਲੀ ਕਾਂਗਰਸੀ ਬੰਦੇ ਆ। ਸਵਾਲ ਤਾਂ ਇਹ ਹੈ ਕਿ ਨਾ ਝਿੰਡੇ ਹੋਈ ਇਲੈਕਸ਼ਨ ਇਹ ਨਹੀਂ ਕਰਾਉਣਗੇ, ਉਹੀ ਤਰੀਕੇ ਵਰਤੇ ਜਾਣਗੇ ਸਾਰੇ। ਇਹ ਨਹੀਂ ਹੈ ਵੀ ਝਿੰਡੇ ਵਰਗੇ ਬਣ ਜਾਂਦੇ, ਕਮੇਟੀ ਕੋਲ ਬਹੁਤ ਦੁੱਧ ਧੋਤੀ ਹੋ ਜਾਂਦੀ। ਸਵਾਲ ਤਾਂ ਹੈ ਵੀ ਜਿੰਨਾ ਚਿਰ ਇਲੈਕਸ਼ਨ ਸਿਸਟਮ ਦੇ ਰਾਹੀਂ ਸਰਕਾਰੀ ਤਰੀਕੇ ਨਾਲ ਡੀਸੀ ਤੁਹਾਡੇ ਪ੍ਰੈਜ਼ਾਈਡ ਓਵਰ ਕਰਕੇ, ਐਸਜੀਪੀਸੀ ਕਮੇਟੀ ਨੂੰ ਵੀ ਜਦੋਂ ਬਣਦੀ ਹੈ, ਐਸਜੀਪੀਸੀ ਦਾ ਵੱਡਾ ਹਾਊਸ ਬਣਦਾ, ਉਦੋਂ ਵੀ ਪ੍ਰੈਜ਼ਾਈਡ ਅੰਮ੍ਰਿਤਸਰ ਦਾ ਡੀਸੀ ਕਰਦਾ, ਇੱਥੇ ਵੀ ਡੀਸੀ ਨੇ ਪ੍ਰੈਜ਼ਾਈਡ ਕੀਤਾ ਹਰਿਆਣੇ ਦੇ ਵਿੱਚ। ਤਰੀਕਾ ਉਹੀ ਹੈ, ਦਿੱਲੀ 'ਚ ਵੀ ਇਹੀ ਕਰਦਾ ਹੈਗਾ ਸਰਕਾਰੀ ਲੈਵਲ ਤੇ। ਤੁਸੀਂ ਜਦੋਂ ਤੁਹਾਡਾ ਸਰਕਾਰੀ ਅਫਸਰ ਸਰਕਾਰ ਦਾ ਇੱਕ ਨੁਮਾਇੰਦਾ ਰਿਪਰੈਜ਼ੈਂਟ ਕਰਦਾ ਪਹਿਲੇ ਹਾਊਸ ਨੂੰ, ਜਾਂ ਉਹਦੀ ਗਠਨ ਕਰਦਾ ਹਾਊਸ ਦਾ, ਤਾਂ ਫਿਰ ਤਾਂ ਬਿਲਕੁਲ ਕਲੀਅਰ ਹੈ ਵੀ ਇਹ ਦਿੱਲੀ ਦੇ ਮੁਤਾਬਕ ਚੱਲਦਾ, ਸਰਕਾਰ ਮੁਤਾਬਕ ਚੱਲਦਾ। ਸਿੱਧੂ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ, ਤੇ ਕੋਈ ਹੋਰ ਤੁਸੀਂ ਆਖਰੀ ਗੱਲ ਇਹਨਾਂ ਤੇ ਕਹਿਣੀ ਹੋਵੇ ਕਿ ਹੁਣ ਜਿਹੜੀ ਸਥਿਤੀ ਬਣੀ ਹੈ ਉਹਦੇ 'ਚ ਕੀ ਉੱਥੇ ਹੁਣ ਦੋ ਵੱਖਰੀਆਂ ਕਮੇਟੀਆਂ ਪੈਰਲਲ ਚੱਲਣਗੀਆਂ ਜਾਂ ਕੋਈ ਹੋਰ ਨਵਾਂ ਉੱਥੇ ਬਖੇੜਾ ਖੜਾ ਹੋਏਗਾ? ਕੋਈ ਬਖੇੜਾ ਨਹੀਂ ਖੜਾ ਹੁੰਦਾ, ਸਾਰੇ ਇਸੇ ਕੀਮਤ ਤੇ ਕੰਮ ਕਰਨਗੇ ਜਿੰਨੇ ਖੜੇ ਆ ਸਾਰੇ। ਇਹ ਹਰੇਕ ਆਪਦਾ ਰੌਲਾ ਪਾਉਂਦਾ ਵੀ ਫਿਊਚਰ 'ਚ ਮੈਂ ਲੈ ਲਾ, ਹੁਣ ਇੰਨੀ ਕਿ ਲੜਾਈ ਕਰਕੇ ਮੇਰਾ ਫਿਊਚਰ, ਸਿੱਖ ਮੇਰੇ ਨਾਲ ਆ ਜਾਣ, ਵੋਟਾਂ ਮੇਰੇ ਨਾਲ ਆ ਜਾਣ ਤੇ ਮੈਂ ਲੈ ਲਾ। ਇਹ ਤਾਂ ਕਰਕੇ ਧੜੇ ਆਪਦੇ ਲੱਗੇ ਆ। ਫਿਰ ਤਾਂ ਸਿੱਧੂ ਸਾਹਿਬ ਲੜਾਈ ਤਾਂ ਫਿਰ ਚੌਧਰ ਤੇ ਆਣ ਕੇ ਖਤਮ ਹੋ ਜਾਂਦੀ। ਦੋਨੋਂ ਗੱਲਾਂ ਹੀ ਹੁੰਦੀਆਂ, ਚੌਧਰ ਵੀ ਹੁੰਦੇ ਹੋਣਗੇ, ਕੁਛ ਉਹਨਾਂ ਕੋਲੇ ਇਮਾਨਦਾਰ ਸਿੱਖ ਵੀ ਹੋਣਗੇ, ਵਿੱਚੋਂ ਚੌਧਰ ਵਾਲੇ ਵੀ ਹੋਣਗੇ, ਦੋਨੋਂ ਕੁਛ ਤਾਂ ਜੈਨੂਅਨ ਤਰੀਕੇ ਨਾਲ ਲੜਦੇ ਹੋਣਗੇ ਤੇ ਕੁਛ ਬੰਦੇ ਚੌਧਰ ਲਈ ਲੜਦੇ ਆ। ਸਾਰਾ ਕੁਛ ਐਵੇਂ ਬਰਾਬਰ ਹੀ ਚੱਲਦਾ ਹੁੰਦਾ ਤੇ ਕੋਈ ਚੀਜ਼ ਬਾਰੀ ਇੱਕੋ ਤਾਂ ਕਹਿ ਨਹੀਂ ਸਕਦੇ ਹੁੰਦੇ ਕਿ ਸਾਰੀ ਇੱਕੋ ਕਿਸਮ ਦੀ ਗੱਲ ਹੈ। ਇਸ ਕਰਕੇ ਚੌਧਰ ਵੀ ਆ, ਸਾਰਾ ਕੁਛ ਵੀ ਹੈਗਾ, ਪਰ ਚੌਧਰ ਦੇ ਨਾਲ ਜਦੋਂ ਪੋਲਿਟਿਕਸ ਹੁੰਦੀ ਆ, ਚੌਧਰ ਦਾ ਵੀ ਹੁੰਦਾ ਉਹਦੇ 'ਚ, ਉਹਦੇ ਪਿੱਛੇ ਕੁਛ ਇੰਪਰੂਵਮੈਂਟ ਦਾ ਵੀ ਐਲੀਮੈਂਟ ਨਾਲ ਚੱਲਦਾ ਰਹਿੰਦਾ ਹੁੰਦਾ। ਨਾਲ ਸਿੱਖ ਆਜ਼ਾਦੀ ਦਾ ਮੂਵਮੈਂਟ ਵੀ ਚੱਲਦਾ ਤੇ ਪਰ ਇਸ ਵੇਲੇ ਸਭ ਤੋਂ ਹਾਸੋਹੀਣੀ ਜਿਹੜੀ ਗੱਲਬਾਤ ਹੈ ਉਹ ਸਿੱਖ ਪੰਥ ਦੀ ਹੈ। ਸਿੱਖ ਪੰਥ ਦੀ ਜਦੋਂ ਤੁਸੀਂ ਤੁਹਾਡੇ ਧਾਰਮਿਕ ਅਦਾਰਿਆਂ ਨੂੰ ਕੋਈ ਹੋਰ ਚਲਾਉਂਦਾ, ਹੋਰਾਂ ਦੇ ਕੰਟਰੋਲ ਥੱਲੇ ਆ, ਡਾਇਰੈਕਟ ਨਹੀਂ ਇਨਡਾਇਰੈਕਟ ਕੰਟਰੋਲ ਥੱਲੇ ਆ, ਕਿਤੇ ਡਾਇਰੈਕਟ ਵੀ ਹੈ ਕਿਤੇ ਇਨਡਾਇਰੈਕਟ ਵੀ ਹੈ, ਤਾਂ ਫਿਰ ਤੋਂ ਆਪਣੇ ਆਪ ਹੀ ਸਮਝ ਲਓ ਦਿੱਲੀ ਕਮੇਟੀ ਤੋਂ ਜਿਹਦੀ ਮਰਜ਼ੀ ਤੁਸੀਂ ਜੇ ਪਾਸਟਰਾਂ ਦੀ ਲੋੜ ਪਈ ਉੱਥੇ ਪੋਲਿਟਿਕਸ ਕਰਨੀ ਸੀ, ਕ੍ਰਿਸਚਨ ਉਹ ਕਨਵਰਸ਼ਨ ਦੇ ਵੋਟ, ਤੇ ਉੱਥੇ ਤੁਸੀਂ ਦਿੱਲੀ ਕਮੇਟੀ ਜਾ ਕੇ ਅੰਮ੍ਰਿਤਸਰ ਆਫਿਸ ਖੋਲਦੀ ਹੈ। ਸਾਰਾ ਕੁਝ ਕੰਮ ਜੇ ਉਹੀ ਕਰ ਰਿਹਾ, ਬੀਜੇਪੀ ਵਾਲਾ ਕੰਮ ਕਰ ਰਿਹਾ। ਜਿਹੜਾ ਵੀਰ ਬਾਲ ਦਿਵਸ ਮਨਾਇਆ ਗਿਆ, ਇਹਦੇ ਵਿੱਚ ਉੱਥੇ ਦਿੱਲੀ 'ਚ ਹੀ ਵੱਡੀ ਗਿਣਤੀ ਦੇ ਵਿੱਚ ਸਿੱਖ ਵਾਹਵਾ ਕਰ ਰਹੇ ਹੈਗੇ ਪ੍ਰਾਈਮ ਮਿਨਿਸਟਰ ਦੀ, ਕਰੀ ਜਾਂਦੇ ਆ ਉਹ ਸਾਰਾ ਕੁਝ। ਤੇ ਇਹ ਸਾਰਾ ਕੁਝ ਜਦੋਂ ਇਸ ਕਿਸਮ ਦਾ ਕੀਤਾ ਜਾਵੇ ਤਾਂ ਤੁਸੀਂ ਦੇਖ ਲਓ ਵੀ ਉਹ ਚੰਦਕ ਬੰਦੇ ਹੁੰਦੇ ਆ, ਉਨੇ ਕੁ ਬੰਦਿਆਂ ਦੀ ਸਰਕਾਰਾਂ ਨੂੰ ਲੋੜ ਹੁੰਦੀ ਆ ਦੇਖਣ ਲਈ, ਦਿਖਾਵੇ ਲਈ, ਹੋਰਾਂ ਲੋਕਾਂ ਨੂੰ ਇਸ ਚੱਕਰ 'ਚ ਪਾਉਣ ਲਈ। ਉਹ ਕਰ ਰਹੀ ਆਪਣੇ ਆਪ 'ਚ ਕਾਮਯਾਬ ਹੈ। ਇੱਥੇ ਹੀ ਸਾਡਾ ਜਿਹੜਾ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਜੇ ਇਸ ਗੱਲਬਾਤ ਬਾਰੇ ਤੁਹਾਡੀ ਕੋਈ ਰਾਏ ਹੋਵੇ, ਤੁਹਾਡੀ ਕੋਈ ਟਿੱਪਣੀ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਦੇ ਸਕਦੇ ਹੋ, ਜਾਂ ਜਿਹੜਾ YouTube ਦਾ ਕਮੈਂਟ ਬਾਕਸ ਹੈ ਉੱਥੇ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸ਼ੁਕਰੀਆ, ਮਿਹਰਬਾਨੀ।